ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਜਾਤ ਪਾਤ ਨੂੰ ਖਤਮ ਕਰਨ ਦੇ ਉੱਤੇ ਲਾ ਦਿੱਤੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਵੀ ਆ ਜਿਹੜਾ ਜਾਤ ਪਾਤ ਦਾ ਜਿਹੜਾ ਪਾੜਾ ਉਹ ਉਸੇ ਤਰ੍ਹਾਂ ਮੌਜੂਦ ਆ। ਜਿਹੜਾ ਨਾਰਾ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ, ਉਹਨੂੰ ਬਦਲ ਕੇ ਪੜੋ ਜੁੜੋ ਨੌਕਰੀ ਕਰੋ ਵਾਲੇ ਪਾਸੇ ਨੂੰ ਜਿਹੜਾ ਉਹਨਾਂ ਨੇ ਤੋਰਤਾ। ਇਹ ਬਾਬਾ ਸਾਹਿਬ ਅੰਬੇਦਕਰ ਦੀ ਵਿਚਾਰਧਾਰਾ ਦੇ ਨਾਲ ਵੀ ਜਿਹੜਾ ਧਰੋਹ ਆ, ਉਹਨਾਂ ਨੇ ਆਪਣੇ ਫਿਰ ਆਖਰੀ ਸਮੇਂ ਦੇ ਵਿੱਚ ਇਹ ਕਿਹਾ ਕਿ ਭਾਵੇਂ ਰਿਜ਼ਰਵੇਸ਼ਨ ਦੇ ਨਾਲ ਮੈਂ ਆਪਣੇ ਇੱਕ ਸ਼ਹਿਰੀ ਵਰਗ ਨੂੰ ਤਾਂ ਕੁਛ ਰਾਹਤ ਦੇਣ ਦੇ ਵਿੱਚ ਕਾਮਯਾਬ ਹੋਇਆ, ਪਰ ਜਿਹੜੇ ਪੇਂਡੂ ਸਾਡੇ ਜਿਹੜੇ ਲੋਕ ਨੇ, ਦਲਿਤ ਨੇ, ਉਹਨਾਂ ਵਾਸਤੇ ਮੈਂ ਕੁਝ ਨਹੀਂ ਕਰ ਸਕਿਆ। ਉਹਨਾਂ ਲਈ ਉਹ ਆਖਰੀ ਸਮੇਂ ਦੇ ਵਿੱਚ ਜ਼ਮੀਨ ਦੀ ਗੱਲ ਆ ਜਿਹੜੀ ਉਹ ਲੈ ਕੇ ਆਉਂਦੇ ਨੇ। ਕੀ ਤੁਹਾਨੂੰ ਨਹੀਂ ਲੱਗਦਾ ਵੀ ਪ੍ਰਾਈਵੇਟ ਸੈਕਟਰ ਆ ਜਿਹੜਾ ਉਹ ਕਿਤੇ ਨਾ ਕਿਤੇ ਜਾਤ ਪਾਤ ਨੂੰ ਖਤਮ ਕਰ ਰਿਹਾ? ਪ੍ਰਾਈਵੇਟ ਸੈਕਟਰ ਜਿਹੜਾ ਲੋਕਾਂ ਦਾ ਖੂਨ ਨਿਚੋੜਨ ਵਾਲੀ ਉਹ ਮਸ਼ੀਨ ਆ, ਜਿਹੜਾ ਬਚਿਆ ਖੁਚਿਆ ਉਹਨਾਂ ਦੇ ਅੰਦਰ ਕੁਝ ਹੈਗਾ ਉਹਨੂੰ ਵੀ ਉਹ ਖਿੱਚਣ ਲੱਗੇ ਹੋਏ ਨੇ। ਪੰਜਾਬ ਨੂੰ ਜੇ ਅਸੀਂ ਦੇਖਣਾ ਹੋਵੇ ਤਾਂ ਪੰਜਾਬ ਖੇਤੀ ਪ੍ਰਧਾਨ ਸੂਬੇ ਦੇ ਨਾਂ ਨਾਲ ਜਾਣਿਆ ਜਾਂਦਾ, ਔਰ ਇੱਥੇ 35% ਤੋਂ ਵੱਧ ਆਬਾਦੀ ਜਿਹੜੀ ਐਸਸੀ ਭਾਈਚਾਰੇ ਦੀ ਆ, ਪਰ ਐਸਸੀ ਸਮਾਜ ਕੋਲੇ ਜ਼ਮੀਨ ਦਾ ਜਿਹੜਾ ਟੁਕੜਾ ਉਹ ਸਿਰਫ 3% ਆ। ਉਹ ਜਿਹੜੀਆਂ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਦਾ ਕਾਨੂੰਨਨ ਅਧਿਕਾਰ ਮਿਲਿਆ ਹੋਇਆ, ਉਹਨਾਂ ਨੂੰ ਜਿਹੜਾ ਉਹ ਤੀਜੇ ਹਿੱਸੇ ਦੀ ਜ਼ਮੀਨ ਦਿਵਾਉਣ ਦਾ ਅਧਿਕਾਰ, ਉਹਨੂੰ ਲੜਨ ਦਾ ਸਵਾਲ ਖੜਾ। ਬਾਬਾ ਸਾਹਿਬ ਅੰਬੇਦਕਰ ਦਾ 132ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ। ਅਲੱਗ-ਅਲੱਗ ਥਾਵਾਂ ਦੇ ਉੱਤੇ ਅਲੱਗ-ਅਲੱਗ ਤਰੀਕਿਆਂ ਰਾਹੀਂ ਲੋਕਾਂ ਵੱਲੋਂ ਆਪਣੀ ਆਪਣੀ ਸਮਝ ਦੇ ਮੁਤਾਬਕ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਪਰ ਬਾਬਾ ਸਾਹਿਬ ਅੰਬੇਦਕਰ ਨੇ ਦੱਬੇ ਕੁਚਲੇ ਵਰਗ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਆਪਾਂ ਉਹਨਾਂ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ ਅਤੇ ਸੰਘਰਸ਼ ਸੰਬੰਧੀ ਗੱਲਬਾਤ ਕਰਨ ਦੇ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲਹੋਤਰਾ ਜੀ ਕੋਲ ਪਹੁੰਚੇ ਆ। ਮੁਕੇਸ਼ ਮਲਹੋਤਰਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ। ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਹਾੜਾ ਅਲੱਗ-ਅਲੱਗ ਥਾਵਾਂ ਦੇ ਉੱਤੇ ਅਲੱਗ-ਅਲੱਗ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ, ਪਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਜਾਤ ਪਾਤ ਨੂੰ ਖਤਮ ਕਰਨ ਦੇ ਉੱਤੇ ਲਾ ਦਿੱਤੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਵੀ ਆ ਜਿਹੜਾ ਜਾਤ ਪਾਤ ਦਾ ਜਿਹੜਾ ਪਾੜਾ ਉਹ ਉਸੇ ਤਰ੍ਹਾਂ ਮੌਜੂਦ ਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਕਾਫੀ ਲੰਬੇ ਸਮੇਂ ਦੇ ਉੱਤੋਂ ਦਲਿਤਾਂ ਨੂੰ ਜ਼ਮੀਨਾਂ ਦਾ ਜਿਹੜਾ ਹਿੱਸਾ ਦਿਵਾਉਣ ਦੇ ਲਈ ਸੰਘਰਸ਼ ਕਰ ਰਹੀ ਆ। ਬਾਬਾ ਸਾਹਿਬ ਅੰਬੇਦਕਰ ਬਾਰੇ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਉਹ ਕੀ ਵਿਚਾਰ ਆ? ਦੇਖੋ, ਬਾਬਾ ਸਾਹਿਬ ਅੰਬੇਦਕਰ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜੀਵਨ ਆ ਜਿਹੜਾ ਇਕੱਲਾ ਸੰਘਰਸ਼ਮਈ ਨਹੀਂ, ਪ੍ਰੇਰਨਾਦਾਇਕ ਵੀ ਆ। ਪਰ ਜੇ ਪੰਜਾਬ ਦੇ ਅੰਦਰ ਦੇਖਣਾ ਹੋਵੇ ਤਾਂ ਜਿਹੜੇ ਇੱਕ ਖਾਸ ਕਿਸਮ ਦੇ ਲੋਕ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਦੇ ਉੱਤੇ ਵੱਖਰੇ ਵੱਖਰੀਆਂ ਸੰਸਥਾਵਾਂ ਬਣਾਈਆਂ ਹੋਈਆਂ ਨੇ, ਵੱਖਰੇ ਵੱਖਰੇ ਢੰਗ ਨਾਲ ਉਹ ਆਪਦੀ ਪੋਲਿਟਿਕਸ ਕਰਦੇ ਨੇ, ਉਹ ਜਿੰਨਾ ਕੁ ਉਹਨਾਂ ਦੇ ਫਿੱਟ ਆਉਂਦਾ ਉਨਾ ਕੁ ਵਿਚਾਰ ਆ ਜਿਹੜਾ ਲੋਕਾਂ ਤੱਕ ਲੈ ਕੇ ਜਾ ਰਹੇ ਨੇ। ਪਰ ਜਿਹੜੀ ਬਾਬਾ ਸਾਹਿਬ ਅੰਬੇਦਕਰ ਨੇ ਇਸ ਗੱਲ ਦਾ ਸੁਪਨਾ ਲਿਆ ਸੀ ਵੀ ਜਿਹੜੀ ਜਾਤ ਪਾਤ ਆ ਉਹਨੂੰ ਖਤਮ ਕੀਤਾ ਜਾਵੇ, ਉਹ ਕਿਵੇਂ ਖਤਮ ਹੋਊ ਜਾਂ ਉਹਨਾਂ ਨੇ ਵੱਖਰੇ ਵੱਖਰੇ ਕੀ ਕੀ ਤਜਰਬੇ ਕੀਤੇ, ਉਹਨਾਂ ਦੀ ਗੱਲ ਆ ਜਿਹੜੀ ਉਹ ਆਮ ਲੋਕਾਂ ਤੱਕ ਕਿਤੇ ਨਹੀਂ ਪਹੁੰਚ ਰਹੀ। ਉਹ ਅੱਜ ਜਿਹੜਾ ਉਹਨਾਂ ਦੀ ਵਿਚਾਰਧਾਰਾ ਦੇ ਵਿੱਚੋਂ ਜਿੰਨਾ ਕੁ ਉਹਨਾਂ ਨੂੰ ਫਿੱਟ ਆਉਂਦਾ ਉਨੀ ਕੁ ਗੱਲ ਆ ਜਿਹੜੀ ਉਹ ਲੋਕਾਂ ਤੱਕ ਲੈ ਕੇ ਜਾਂਦੇ ਨੇ। ਜੇ ਦੇਖਣਾ ਹੋਵੇ ਤਾਂ ਪੰਜਾਬ ਦੇ ਅੰਦਰ ਸਿਰਫ ਇੱਕ ਸੰਵਿਧਾਨ ਨਿਰਮਾਤਾ ਦੇ ਤੌਰ ਤੇ ਜਾਂ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੂੰ ਕਿਹਾ ਜਾਂਦਾ ਵੀ ਇਹਨਾਂ ਦੀ ਇਹ ਦੇਣ ਆ। ਦੂਜੇ ਪਾਸੇ ਜਿਹੜਾ ਨਾਰਾ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ, ਉਹਨੂੰ ਬਦਲ ਕੇ ਪੜੋ ਜੁੜੋ ਨੌਕਰੀ ਕਰੋ ਵਾਲੇ ਪਾਸੇ ਨੂੰ ਜਿਹੜਾ ਉਹਨਾਂ ਨੇ ਤੋਰਤਾ। ਇਹ ਬਾਬਾ ਸਾਹਿਬ ਅੰਬੇਦਕਰ ਦੀ ਵਿਚਾਰਧਾਰਾ ਦੇ ਨਾਲ ਵੀ ਜਿਹੜਾ ਧਰੋਹ ਆ, ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਸੁਪਨਾ ਸੀ ਉਹਨੂੰ ਪੂਰਾ ਕਰਨ ਦੀ ਬਜਾਏ, ਉਹਨਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਦੀ ਬਜਾਏ ਉਹਦੇ 'ਚ ਇਹ ਅੜਿੱਕਾ ਸਾਬਤ ਹੋ ਰਿਹਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਦੋਂ ਅਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਪੜ੍ਹਿਆ ਤਾਂ ਅਸੀਂ ਦੇਖਿਆ ਵੀ ਉਹਨਾਂ ਨੇ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਤਜਰਬੇ ਕੀਤੇ, ਜਿਹਦੇ 'ਚ ਉਹਨਾਂ ਨੇ ਅੰਤਰਜਾਤੀ ਵਿਆਹ ਦਾ ਜਿਹੜਾ ਕਨਸੈਪਟ ਲੈ ਕੇ ਆਂਦਾ, ਉਹਨਾਂ ਨੇ ਜਿਹੜਾ ਪਾਰਲੀਮੈਂਟ ਰਾਹੀਂ ਇਸ ਜਾਤ ਪਾਤ ਤੋਂ ਆਜ਼ਾਦੀ ਦੀ ਜਿਹੜੀ ਕੋਸ਼ਿਸ਼ ਕੀਤੀ, ਉਹਨਾਂ ਨੇ
ਧਰਮ ਬਦਲ ਕੇ ਵੱਖਰੇ ਧਰਮ ਦੇ ਵਿੱਚ ਜਾ ਕੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਇਸ ਤਰ੍ਹਾਂ ਜਿਹੜਾ ਇਹ ਜਾਤ ਪਾਤ ਦਾ ਛੁਟਕਾਰਾ ਹੋਊਗਾ, ਪਰ ਉਹ ਕਿਤੇ ਵੀ ਸਫਲ ਨਹੀਂ ਹੋਏ। ਉਹਨਾਂ ਨੇ ਆਪਣੇ ਫਿਰ ਆਖਰੀ ਸਮੇਂ ਦੇ ਵਿੱਚ ਇਹ ਕਿਹਾ ਕਿ ਭਾਵੇਂ ਰਿਜ਼ਰਵੇਸ਼ਨ ਦੇ ਨਾਲ ਮੈਂ ਆਪਣੇ ਇੱਕ ਸ਼ਹਿਰੀ ਵਰਗ ਨੂੰ ਤਾਂ ਕੁਝ ਰਾਹਤ ਦੇਣ ਦੇ ਵਿੱਚ ਕਾਮਯਾਬ ਹੋਇਆ, ਪਰ ਜਿਹੜੇ ਪੇਂਡੂ ਸਾਡੇ ਜਿਹੜੇ ਲੋਕ ਨੇ, ਦਲਿਤ ਨੇ, ਉਹਨਾਂ ਵਾਸਤੇ ਮੈਂ ਕੁਝ ਨਹੀਂ ਕਰ ਸਕਿਆ। ਉਹਨਾਂ ਲਈ ਉਹ ਆਖਰੀ ਸਮੇਂ ਦੇ ਵਿੱਚ ਜ਼ਮੀਨ ਦੀ ਗੱਲ ਆ ਜਿਹੜੀ ਉਹ ਲੈ ਕੇ ਆਉਂਦੇ ਨੇ, ਜਿਹਦੇ ਉੱਤੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਘਰਸ਼ ਲੜ ਰਹੀ ਆ। ਔਰ ਵਾਕਈ ਜਿਨ੍ਹਾਂ ਪਿੰਡਾਂ ਦੇ ਵਿੱਚ ਉਹ ਜ਼ਮੀਨ ਮਿਲੀ ਆ, ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦਾ ਮਾਨ ਸਨਮਾਨ ਵੀ ਬਣਿਆ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਵੀ ਆਏ ਨੇ। ਆਪਾਂ ਨੂੰ ਆਮ ਤੌਰ ਦੇ ਉੱਤੇ ਇਹ ਸੁਣਨ ਨੂੰ ਮਿਲਦਾ ਕਿ ਬਹੁਤ ਵੱਡਾ ਐਸੀ ਤਬਕਾ ਜਿਹੜਾ ਉਹ ਇਸ ਟਾਈਮ ਚੰਗੀਆਂ ਸਹੂਲਤਾਂ ਮਾਣ ਰਿਹਾ, ਪਰ ਕੀ ਉਸ ਦੇ ਨਾਲ ਸਹੂਲਤਾਂ ਮਾਣਨ ਦੇ ਨਾਲ, ਜਾਂ ਆਪਾਂ ਇਹ ਕਹਿ ਲਈਏ ਕਿ ਉਹਨਾਂ ਸਭ ਨੂੰ ਨੌਕਰੀ ਮਿਲ ਗਈ, ਕੀ ਇਸ ਤਰੀਕੇ ਦੇ ਨਾਲ ਰਿਜ਼ਰਵੇਸ਼ਨ ਦੇ ਨਾਲ ਆ ਜਿਹੜਾ ਉਹ ਭਾਰਤ ਦੇ ਵਿੱਚੋਂ ਜਾਤ ਪਾਤ ਆ ਜਿਹੜਾ ਖਤਮ ਹੋਇਆ? ਦੇਖੋ, ਰਿਜ਼ਰਵੇਸ਼ਨ ਦਾ ਫਾਇਦਾ ਸਿਰਫ ਬਹੁਤ ਥੋੜੇ ਜਿਹੜੇ ਲੋਕਾਂ ਨੂੰ ਹੋਇਆ। ਜਿਹਦੇ 2011 ਦੇ ਅਸੀਂ ਅੰਕੜੇ ਚੱਕਦੇ ਹਾਂ ਤਾਂ ਉਹਨਾਂ ਮੁਤਾਬਕ ਲਗਭਗ 23 ਲੱਖ ਤੋਂ ਵੱਧ ਜਿਹੜੀ ਆਬਾਦੀ ਉਸ ਸਮੇਂ ਐਸੀ ਸਮਾਜ ਦੀ ਭਾਰਤ ਦੇ ਅੰਦਰ, ਜਿਹਦੇ ਵਿੱਚ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਤਾਂ ਉਹਨਾਂ ਚੋਂ ਬਹੁਤ ਘੱਟ ਹਿੱਸੇ ਨੂੰ, ਜੇ ਕਹਿਣਾ ਹੋਵੇ ਵੀ 23.5 ਲੱਖ ਦੇ ਕਰੀਬ ਜਿਹੜੇ ਉਹ ਅੰਕੜਿਆਂ ਮੁਤਾਬਕ ਆਬਾਦੀ ਬਣਦੀ ਆ, ਤੇ ਜੇ ਰਿਜ਼ਰਵੇਸ਼ਨ ਜਿਹੜੀ ਆ 22.5% ਅਸੀਂ ਹਿੰਦੁਸਤਾਨ ਲੈਵਲ ਤੇ ਦੇਖਦੇ ਆ, ਤਾਂ ਉਹਦੇ 'ਚ ਇਹ ਕਲੀਅਰ ਹੁੰਦਾ ਵੀ ਉਸ ਹਿਸਾਬ ਨਾਲ 50 ਲੱਖ ਲੋਕਾਂ ਨੂੰ ਜਿਹੜੀ ਉਹ ਨੌਕਰੀ ਮਿਲੀ। ਉਹ ਵੀ ਜੇ ਅਸੀਂ ਮਤਲਬ ਇਹ ਕਹੀਏ ਵੀ ਸਾਰੀਆਂ ਪੋਸਟਾਂ ਪੂਰੀਆਂ ਹੋ ਗਈਆਂ, ਤਾਂ ਹੁੰਦਾ ਤਾਂ ਇਹ ਆ ਵੀ ਪੂਰੀਆਂ ਪੋਸਟਾਂ ਭਰੀਆਂ ਹੀ ਨਹੀਂ ਜਾਂਦੀਆਂ, ਕਿਉਂਕਿ ਹਾਇਰ ਐਜੂਕੇਸ਼ਨ ਤੱਕ ਉਹ ਲੋਕ ਜਾਂਦੇ ਹੀ ਨਹੀਂ ਹੈ। ਇਸ ਕਰਕੇ ਜਿਹੜਾ ਵੱਡਾ ਤਬਕਾ ਪਿੱਛੇ ਰਹਿ ਗਿਆ, ਉਹਨਾਂ ਵਾਸਤੇ ਉਸ ਰਿਜ਼ਰਵੇਸ਼ਨ ਦਾ ਕੋਈ ਬਹੁਤਾ ਲਾਹਾ ਨਹੀਂ। ਔਰ ਅੱਜ ਜਿਹੜੇ ਲੋਕ ਰਿਜ਼ਰਵੇਸ਼ਨ ਦੇ ਨਾਂ ਥੱਲੇ ਲੋਕਾਂ ਨੂੰ ਇਹ ਕਹਿੰਦੇ ਨੇ ਵੀ ਰਿਜ਼ਰਵੇਸ਼ਨ ਹੀ ਸਾਰਾ ਹੱਲ ਆ, ਉਹਨਾਂ ਲੋਕਾਂ ਨੇ ਕਦੇ ਨਿੱਜੀਕਰਨ ਦੇ ਖਿਲਾਫ ਕਦੇ ਆਵਾਜ਼ ਨਹੀਂ ਚੱਕੀ। ਜਿੱਥੇ ਜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰ ਲਈਏ, ਚਾਹੇ ਪ੍ਰਾਈਵੇਟ ਕੋਈ ਅਦਾਰੇ ਲਾ ਲਈਏ, ਫੈਕਟਰੀਆਂ ਲਾ ਲਈਏ, ਉਹਨਾਂ ਦੇ ਵਿੱਚ ਕਿਤੇ ਵੀ ਜਿਹੜੀ ਰਿਜ਼ਰਵੇਸ਼ਨ ਆ ਉਹ ਨਹੀਂ ਮਿਲਦੀ। ਪਰ ਉਸ ਨਿੱਜੀਕਰਨ ਦੇ ਖਿਲਾਫ ਉਹ ਲੋਕ ਕਦੇ ਨਹੀਂ ਬੋਲਦੇ। ਉਹਨਾਂ ਲੋਕਾਂ ਦਾ ਮਕਸਦ ਸਿਰਫ ਆਪਦੀ ਰਾਜਨੀਤੀ ਜਿਹੜੀ ਆ ਉਹਨੂੰ ਚਮਕਾਉਣ ਦਾ, ਉਹ ਜਾਤ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਅਸਲ ਦੇ ਵਿੱਚ ਉਹ ਜਾਤ ਨੂੰ ਬਣਾਈ ਰੱਖਣ ਵਾਸਤੇ ਲੋਕਾਂ ਨੂੰ ਐਵੇਂ ਗੁੰਮਰਾਹ ਕਰਦੇ ਨੇ। ਔਰ ਇਸੇ ਢੰਗ ਨਾਲ ਉਹਨਾਂ ਨੇ ਜਿਹੜਾ ਮਿਸ਼ਨ ਬਾਬਾ ਸਾਹਿਬ ਅੰਬੇਦਕਰ ਨੇ ਸਾਰੀ ਜ਼ਿੰਦਗੀ ਆਪਣੀ ਲਾ ਕੇ ਇਹ ਸੋਚਿਆ ਸੀ ਵੀ ਸ਼ਾਇਦ ਮੈਂ ਆਪਣੇ ਲੋਕਾਂ ਨੂੰ ਜਿਹੜਾ ਇਸ ਜਾਤ ਪਾਤ ਦੇ ਜੂਲੇ ਚੋਂ ਕੱਢ ਸਕੂੰਗਾ, ਉਸ ਮਿਸ਼ਨ ਨੂੰ ਅੱਗੇ ਤੋਰਨ ਦੀ ਬਜਾਏ ਉਹਦੇ ਤੇ ਅੜਿੱਕਾ ਲਾਇਆ ਹੋਇਆ। ਇਸ ਕਰਕੇ ਇਹ ਸਾਫ਼ ਆ ਵੀ ਉਹਨਾਂ ਨੂੰ ਜਿੰਨੀ ਗੱਲ ਫਿੱਟ ਆਉਂਦੀ ਆ, ਉਹਨਾਂ ਨੇ ਕਦੇ ਉਹਨਾਂ ਦੇ ਅੰਤਰਜਾਤੀ ਵਿਆਹ ਦੇ ਮਾਮਲੇ ਦੇ ਉੱਤੇ ਜਿੰਨੇ ਵੀ ਉਹ ਹੈਗੇ ਅੰਬੇਦਕਰ ਰਾਈਟ, ਉਹਨਾਂ ਨੇ ਕਦੇ ਇਸ ਮਾਮਲੇ ਦੇ ਉੱਤੇ ਗੱਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਜਿੰਨੀ ਕੁ ਸਾਡੇ ਫਿੱਟ ਆਉਂਦੀ ਆ ਉਨੀ ਕੁ ਗੱਲ ਕਰੀਏ। ਅੱਜ ਜੇ ਕਹਿਣਾ ਹੋਵੇ ਤਾਂ ਬਹੁਤ ਘੱਟ ਗਿਣਤੀ ਜਿਹੜੀ ਆ ਬਾਬਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਨੂੰ ਅੱਗੇ ਲਿਜਾਣ ਵਾਸਤੇ ਕਦਮ ਪੱਟ ਰਹੀ ਆ, ਨਹੀਂ ਜ਼ਿਆਦਾਤਰ ਉਹ ਨੇ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਆਪਦੀਆਂ ਰੋਟੀਆਂ ਸੇਕ ਰਹੇ ਨੇ। ਜੀ, ਤੁਸੀਂ ਗੱਲ ਨਿੱਜੀਕਰਨ ਦੀ ਕੀਤੀ। ਲਗਾਤਾਰ ਭਾਰਤ ਦੇ ਵਿੱਚ ਆ ਜਿਹੜਾ ਉਹ ਨਿੱਜੀਕਰਨ ਦੀ ਪਾਲਿਸੀ ਤਹਿਤ ਬਹੁਤ ਸਾਰੀਆਂ ਸਰਕਾਰੀ ਖੇਤਰ ਆ ਜਿਹੜਾ ਪਬਲਿਕ ਸੈਕਟਰ ਆ ਉਹ ਖਤਮ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਪ੍ਰਾਈਵੇਟ ਸੈਕਟਰ ਆ ਜਿਹੜੇ ਉਹ ਆਪਣੇ ਪੈਰ ਆ ਪਸਾਰਦਾ ਨਜ਼ਰ ਆ ਰਿਹਾ। ਅਜਿਹੇ ਸਮੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਜਿਹੜਾ ਉਹ ਐਸੀ ਸਮਾਜ ਆ ਜਿਹੜਾ ਤੇ ਨਾਲ ਆ ਜਿਹੜਾ ਜਰਨਲ ਵਰਗ ਆ, ਉਹ ਇਕੱਠੇ ਵਰਕ ਕਰ ਰਹੇ ਆ। ਕੀ ਤੁਹਾਨੂੰ ਨਹੀਂ ਲੱਗਦਾ ਵੀ ਪ੍ਰਾਈਵੇਟ ਸੈਕਟਰ ਆ ਜਿਹੜਾ ਉਹ ਕਿਤੇ ਨਾ ਕਿਤੇ ਜਾਤ ਪਾਤ ਨੂੰ ਖਤਮ ਕਰ ਰਿਹਾ? ਨਹੀਂ, ਦੇਖੋ ਐਵੇਂ ਦੀ ਕੋਈ ਗੱਲ ਨਹੀਂ ਹੈ। ਪ੍ਰਾਈਵੇਟ ਸੈਕਟਰ ਜਿਹੜਾ ਲੋਕਾਂ ਦਾ ਖੂਨ ਨਿਚੋੜਨ ਵਾਲੀ ਉਹ ਮਸ਼ੀਨ ਆ, ਜਿਹੜਾ ਬਚਿਆ ਖੁਚਿਆ ਉਹਨਾਂ ਦੇ ਅੰਦਰ ਕੁਝ ਹੈਗਾ ਉਹਨੂੰ ਵੀ ਉਹ ਖਿੱਚਣ ਲੱਗੇ ਹੋਏ ਨੇ। ਨਹੀਂ, ਕਿੱਥੇ ਤਾਂ ਇੱਥੋਂ ਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸੀ, ਉਹਨਾਂ ਨੂੰ ਰੁਜ਼ਗਾਰ ਮਿਲਣਾ ਸੀ, ਪਰ ਪ੍ਰਾਈਵੇਟ ਦੇ ਨਾਂ ਥੱਲੇ ਉਹਨਾਂ ਨੂੰ ਉਹਦੇ ਤੋਂ ਬਾਹਰ ਕੀਤਾ ਜਾ ਰਿਹਾ। ਜਿਹੜਾ 10 ਬੰਦਿਆਂ ਨੇ ਕੰਮ ਕਰਨਾ ਸੀ ਉਹ ਇੱਕ ਬੰਦੇ ਤੋਂ ਕੰਮ ਲੈ ਰਹੇ ਨੇ ਉਸੇ ਉਨੇ ਦੇ ਵਿੱਚ ਹੀ। ਇਸ ਕਰਕੇ ਪ੍ਰਾਈਵੇਟ ਰਾਹੀਂ ਤਾਂ ਉਹ ਲੋਕਾਂ ਦੇ ਜਿਹੜੇ ਰੁਜ਼ਗਾਰ ਦੇ ਸਾਧਨ ਨੇ ਉਹਨਾਂ ਨੂੰ ਖਤਮ ਕਰ ਰਹੇ ਨੇ। ਇਹ ਠੇਕੇਦਾਰੀ ਸਿਸਟਮ ਨੇ ਹੁਣ ਤਾਂ ਸਭ ਦੇ ਸਾਹਮਣੇ ਲੋਕਾਂ ਦੇ ਕਰਤਾ। ਔਰ ਦੂਜੀ ਗੱਲ, ਇੱਥੇ
ਪੰਜਾਬ ਨੂੰ ਜੇ ਅਸੀਂ ਦੇਖਣਾ ਹੋਵੇ ਤਾਂ ਪੰਜਾਬ ਖੇਤੀ ਪ੍ਰਧਾਨ ਸੂਬੇ ਦੇ ਨਾਂ ਨਾਲ ਜਾਣਿਆ ਜਾਂਦਾ, ਔਰ ਇੱਥੇ 35% ਤੋਂ ਵੱਧ ਆਬਾਦੀ ਜਿਹੜੀ ਐਸਸੀ ਭਾਈਚਾਰੇ ਦੀ ਆ, ਪਰ ਐਸਸੀ ਸਮਾਜ ਕੋਲੇ ਜ਼ਮੀਨ ਦਾ ਜਿਹੜਾ ਟੁਕੜਾ ਉਹ ਸਿਰਫ 3% ਆ। ਔਰ ਇੱਥੇ ਇਹ ਵੀ ਆ ਕਿ 1972 ਦੇ ਵਿੱਚ ਇੱਕ ਭੂਮੀ ਸੁਧਾਰ ਐਕਟ ਜਿਹੜਾ ਇਹ ਕਹਿੰਦਾ ਕਿ 17.5 ਏਕੜ ਤੋਂ ਵੱਧ ਕੋਈ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ, ਉਹਨੂੰ ਲਾਗੂ ਕਰਾਉਣ ਦੀ ਲੜਾਈ ਪਈ ਆ। ਇੱਥੇ ਉਹ ਜਿਹੜੀਆਂ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਦਾ ਕਾਨੂੰਨਨ ਅਧਿਕਾਰ ਮਿਲਿਆ ਹੋਇਆ, ਉਹਨਾਂ ਨੂੰ ਜਿਹੜਾ ਉਹ ਤੀਜੇ ਹਿੱਸੇ ਦੀ ਜ਼ਮੀਨ ਦਿਵਾਉਣ ਦਾ ਅਧਿਕਾਰ, ਉਹਨੂੰ ਲੜਨ ਦਾ ਸਵਾਲ ਖੜਾ। ਇਸੇ ਤਰ੍ਹਾਂ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ 1956 ਦੇ ਵਿੱਚ ਮਿਲੀਆਂ, ਸਿਰਫ ਐਸਸੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ, ਉਹਨਾਂ ਦੀਆਂ ਕੋਈ ਸਹੂਲਤਾਂ ਨਹੀਂ ਉਹਨਾਂ ਨੂੰ ਦਿੱਤੀਆਂ। ਅੱਜ ਉਹ ਜ਼ਮੀਨਾਂ ਕੋਈ ਰੋਡ ਦੇ ਵਿੱਚ ਆ ਗਈ ਤਾਂ ਉਹਦੇ ਪੈਸੇ ਨੇ ਜਿਹੜੇ ਸਰਕਾਰ ਦੇ ਖਾਤੇ 'ਚ ਜਾ ਰਹੇ ਨੇ। ਮਤਲਬ ਜਿਹੜੀ ਮਿਲੀ ਹੋਈ ਸਹੂਲਤ ਵੀ ਆ ਉਹ ਵੀ ਬਚ ਨਹੀਂ ਰਹੀ। ਇਸ ਕਰਕੇ ਇਹ ਜਿਹੜਾ ਵੱਡਾ ਹਮਲਾ, ਇਹਦੇ ਖਿਲਾਫ ਜਿਹੜਾ ਉਹ ਇਕੱਠੇ ਹੋ ਕੇ ਲੜਾਈ ਜਿਹੜੀ ਲੜਨੀ ਅੱਜ ਬਣਦੀ ਆ। ਇਸ ਕਰਕੇ ਇਹ ਬਾਬਾ ਸਾਹਿਬ ਅੰਬੇਦਕਰ ਨੂੰ ਜੇ ਅੱਜ 132 ਸਾਲਾਂ ਬਾਅਦ ਵੀ ਯਾਦ ਕੀਤਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਹ ਸੱਚਾਈ ਆ ਵੀ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਕਾਸਟ ਦੇ ਇਸ਼ੂ ਨੂੰ ਸਕਰੀਨ ਤੇ ਹੀ ਨਹੀਂ ਲੈ ਕੇ ਆਂਦਾ, ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਆਪਦੀ ਸਾਰੀ ਜ਼ਿੰਦਗੀ ਦੀ ਜਿਹੜੀ ਕਹਿ ਲਈਏ ਵੀ ਜ਼ੋਰ ਲਾਇਆ। ਨਹੀਂ ਉਹ ਵੀ ਜਿਹੜੇ ਲੋਕ ਅੱਜ ਕਹਿੰਦੇ ਨੇ ਕਿ ਬਾਬਾ ਸਾਹਿਬ ਦੇ ਹੱਥ ਦੇ ਵਿੱਚ ਸੰਵਿਧਾਨ ਫੜਾ ਕੇ ਵੀ ਉਹਨਾਂ ਨੇ ਉਂਗਲ ਕੀਤੀ ਹੋਈ ਆ ਵੀ ਤੁਸੀਂ ਪਾਰਲੀਮੈਂਟ ਤੇ ਕਬਜ਼ਾ ਕਰੋ, ਅਸਲ ਦੇ ਵਿੱਚ ਉਹ ਉਹਨਾਂ ਦੀ ਬੜੀ ਵੱਡੀ ਚਲਾਕੀ ਆ। ਉਹ ਆਪਦੀ ਕੁਰਸੀ ਲੈਣ ਦੀ ਖਾਤਰ ਇਹ ਸਾਰੀ ਗੇਮ ਲਾ ਰਹੇ ਨੇ। ਨਹੀਂ, ਅਸਲੀਅਤ ਤਾਂ ਇਹ ਸੀ ਵੀ ਉਹਨਾਂ ਦੇ ਹੱਥ ਦੇ ਵਿੱਚ ਜਾਤ ਪਾਤ ਦਾ ਬੀਜ ਨਾਸ਼ ਉਹ ਕਿਤਾਬ ਫੜਾਉਣੀ ਚਾਹੀਦੀ ਸੀ, ਜਿਹੜੀ ਉਹਨਾਂ ਨੇ ਕਿਹਾ ਸੀ ਵੀ ਸੰਘਰਸ਼ ਕਰਕੇ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਇਸ ਪਾਸੇ ਵੱਲ ਨੂੰ ਵਧਣਾ ਚਾਹੀਦਾ। ਇਹਨਾਂ ਨੇ ਉਸ ਸੰਘਰਸ਼ ਨੂੰ ਖਤਮ ਕਰਕੇ ਸਿਰਫ ਚੋਣਾਂ ਤੱਕ ਉਹਨਾਂ ਨੂੰ ਸੀਮਿਤ ਕਰਤਾ। ਪਰ ਅੱਜ ਜੇ ਅਸੀਂ ਦੇਖੀਏ, ਜਦੋਂ ਖੂਹਾਂ ਦੇ ਵਿੱਚੋਂ ਪਾਣੀ ਪੀਣ ਦੀ ਗੱਲ ਸੀ ਤਾਂ ਉਹ ਸੰਘਰਸ਼ ਲੜ ਕੇ ਉਹਨਾਂ ਨੇ ਲੜਿਆ। ਉਹਨਾਂ ਨੇ ਮਨੂ ਸਮ੍ਰਿਤੀ ਸਾੜੀ, ਉਹਨਾਂ ਨੇ ਕੱਲਿਆਂ ਨੇ ਨਹੀਂ ਸਾੜੀ, ਉਹਨਾਂ ਨੇ ਉਦੋਂ ਵੀ ਬਹੁਤ ਸਾਰੀਆਂ ਕਾਨਫਰੰਸਾਂ ਕਰਕੇ ਲੋਕਾਂ ਦੇ ਸੰਘਰਸ਼ ਨੂੰ ਬੁਲੰਦ ਕਰਕੇ ਫਿਰ ਉਹ ਕੀਤਾ। ਉਹਨਾਂ ਨੇ ਮੰਦਿਰ ਪ੍ਰਵੇਸ਼ ਦਾ, ਭਾਵੇਂ ਉਹ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਸੀ ਰੱਖਦੇ, ਪਰ ਉਹ ਕਹਿੰਦੇ ਸੀ ਵੀ ਸਾਡਾ ਰਾਈਟ ਆ। ਯਾਨੀ ਉਹਨਾਂ ਨੇ ਐਵੇਂ ਦੇ ਬਹੁਤ ਸਾਰੇ ਅੰਦੋਲਨ ਲੜੇ। ਪਰ ਇਹ ਤਰਾਸਦੀ ਆ ਸਾਡੀ ਵੀ ਸਾਡੇ ਖਾਸ ਕਰ ਪੰਜਾਬ ਦੇ ਅੰਦਰ ਜਿਹੜੇ ਬਾਬਾ ਸਾਹਿਬ ਦੇ ਨਾਂ ਤੇ ਸਿਆਸਤ ਕਰਨ ਵਾਲੇ ਲੋਕ ਨੇ, ਉਹਨਾਂ ਨੇ ਉਹਨਾਂ ਨੂੰ ਸਿਰਫ ਚੋਣਾਂ ਤੱਕ ਸੀਮਿਤ ਕਰਤਾ। ਜਦ ਕਿ ਬਾਬਾ ਸਾਹਿਬ ਅੰਬੇਦਕਰ ਆਪ ਉਸ ਸਮੇਂ ਜਦੋਂ ਕਾਨੂੰਨ ਮੰਤਰੀ ਸੀ, ਉਹਨਾਂ ਨੇ ਇੱਥੋਂ ਅਸਤੀਫਾ ਦਿੱਤਾ। ਔਰ ਉਹਨਾਂ ਦੀ BBC ਦੇ ਉੱਤੇ ਇਹ ਇੰਟਰਵਿਊ ਪਈ ਆ ਵੀ ਉਹਨਾਂ ਦਾ ਬਹੁਤ ਕੌੜਾ ਤਜਰਬਾ ਰਿਹਾ ਇਸ ਗੱਲ ਤੇ ਵੀ ਇਲੈਕਸ਼ਨ ਰਾਹੀਂ ਉਹਨਾਂ ਨੇ ਸਾਫ਼ ਕਿਹਾ ਸੀ ਵੀ ਲੋਕਤੰਤਰ ਆ ਜਿਹੜਾ, ਉਹ ਕੱਲਾ ਇਹ ਨਹੀਂ ਹੈ ਵੀ ਪਾਰਲੀਮੈਂਟ 'ਚ ਚਲੇ ਗਏ ਤੇ ਲੋਕਤੰਤਰ ਆ। ਉਹ ਕਹਿੰਦੇ ਸੀ ਵੀ ਆਰਥਿਕ, ਰਾਜਨੀਤਿਕ ਤੇ ਸਮਾਜਿਕ ਬਰਾਬਰੀ ਤੋਂ ਬਿਨਾਂ ਲੋਕਤੰਤਰ ਨਹੀਂ ਹੋ ਸਕਦਾ। ਇਸ ਕਰਕੇ ਜਿੰਨੀਆਂ ਮਰਜ਼ੀ ਇਲੈਕਸ਼ਨਾਂ ਲੜ ਲਓ, ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਣਾ ਜਦੋਂ ਤੱਕ ਉਹ ਬਰਾਬਰੀ ਨਹੀਂ ਹੁੰਦੀ। ਔਰ ਉਹਦੇ ਲਈ ਵੱਡੀ ਲੜਾਈ ਆ ਜਿਹੜੀ ਉਹ ਲੜਨ ਦੀ ਲੋੜ ਆ। ਔਰ ਅੱਜ ਪੰਜਾਬ ਦੇ ਅੰਦਰ ਉਹ 17.5 ਕਿੱਲੇ ਤੋਂ ਉੱਪਰਲੀ ਜਿਹੜੀ ਜ਼ਮੀਨ ਦੀ ਜੇ ਲੜਾਈ ਲੜਦੇ ਆ ਤਾਂ ਇਹ ਪਲੈਨਿੰਗ ਕਮਿਸ਼ਨ ਦੀ ਇਹਨਾਂ ਦੀ ਰਿਪੋਰਟ ਗਵਰਨਮੈਂਟ ਦੀ ਕਹਿੰਦੀ ਆ ਵੀ 5-5 ਕਿੱਲੇ ਜ਼ਮੀਨ ਦੇ ਬੇਜ਼ਮੀਨੇ ਲੋਕਾਂ ਨੂੰ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆ ਸਕਦੇ ਨੇ। ਫਿਰ ਉਸ ਲੜਾਈ ਵੱਲ ਨੂੰ ਕਿਉਂ ਨਹੀਂ ਸਿੱਧਤ ਹੋਏ? ਜਿਹੜੀ ਬਹੁਜਨ ਸਮਾਜ ਪਾਰਟੀ ਇਸ ਨਾਂ ਥੱਲੇ ਹੋਣ ਚਾਹੀ ਸੀ, ਜਿਹਨੇ ਨਾਅਰਾ ਦਿੱਤਾ ਸੀ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਅੱਜ ਉਹ ਨਾਅਰਾ ਕਿੱਥੇ ਗਿਆ? ਬਹੁਤ ਸਾਰੇ ਲੋਕ ਇਹ ਵੀ ਪ੍ਰੋਪੇਗੈਂਡਾ ਕਰਦੇ ਨੇ ਵੀ BSP ਨੇ UP ਦੇ ਵਿੱਚ ਜੀ ਜ਼ਮੀਨਾਂ ਵੰਡਤੀਆਂ, ਪਰ ਉਹਨਾਂ ਜ਼ਮੀਨਾਂ ਦਾ ਅੰਕੜਾ ਉਹਨਾਂ ਕੋਲੇ ਕਿਸੇ ਕੋਲ ਨਹੀਂ ਹੈ। ਉਹ ਅਲੱਗ-ਅਲੱਗ ਸਮੇਂ ਤੇ, ਜਿਵੇਂ ਪੰਜਾਬ ਦੇ ਅੰਦਰ ਵੀ ਇੰਦਰਾ ਆਵਾਸ ਯੋਜਨਾ ਤਹਿਤ ਘਰ ਦਿੱਤੇ ਜਾਂਦੇ ਨੇ, ਐਵੇਂ ਦੀਆਂ ਸਕੀਮਾਂ ਤਹਿਤ ਬਹੁਤ ਕੁਝ ਹੋਇਆ। ਪਰ ਕੀ ਉਹਨਾਂ ਭੂਮੀਪਤੀਆਂ ਨੂੰ ਹੱਥ ਪਾਇਆ ਉਹਨਾਂ ਨੇ? ਕੀ ਉੱਥੇ ਇੰਨੇ ਸਾਲ ਰਾਜ ਕਰਨ ਤੋਂ ਬਾਅਦ ਕੀ ਐਸੀ ਪਰਿਵਾਰਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਇਆ? ਔਰ ਜੇ ਇਹਦਾ ਫਰਕ ਦੇਖਣਾ ਹੋਵੇ ਤਾਂ ਜਿੱਥੇ ਲੋਕ ਲੜੇ ਨੇ ਉਹ ਫਰਕ ਤੁਹਾਨੂੰ ਸਾਫ਼ ਨਜ਼ਰ ਆਊ। ਭਾਵੇਂ ਪੰਜਾਬ ਦੇ ਅੰਦਰ ਵੀ ਜਾਤੀਵਾਦ ਜਿਹੜਾ ਉਹ ਬੁਰੀ ਤਰ੍ਹਾਂ ਫੈਲਿਆ ਹੋਇਆ, ਪਰ ਉਹ UP ਵਾਲਾ ਜਾਤੀਵਾਦ ਇੱਥੇ ਨਹੀਂ ਹੈ ਵੀ ਘੋੜੀ ਚੜ੍ਹਨ ਪਿੱਛੇ ਕਤਲ, ਮੁੱਛ ਰੱਖਣ ਪਿੱਛੇ ਕਤਲ। ਘੱਟੋ ਘੱਟ ਇਸ ਤਰ੍ਹਾਂ ਦਾ ਕਤਲ ਨਹੀਂ ਹੁੰਦਾ। ਔਰ ਇਹ ਉੱਥੇ ਜਿੱਥੇ BSP ਦਾ ਰਾਜ ਰਿਹਾ, ਮੈਂ ਉੱਥੇ ਦੀ ਗੱਲ ਕਰਦਾ, ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿੱਥੇ ਬਾਬਾ ਜੀਵਨ ਸਿੰਘ ਵਰਗੇ ਰੰਗਰੇਟੇ ਗੁਰੂ ਕੇ ਬੇਟੇ ਪੈਦਾ ਹੋਏ, ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਲੱਗ ਕੇ ਉਹ ਲੜਾਈ ਲੜੀ, ਤੇ ਉਸ ਲੜਾਈ ਦਾ ਅੱਜ ਇਹ ਰਿਜ਼ਲਟ ਆ
ਵੀ ਇੱਥੇ ਘੱਟੋ ਘੱਟ ਅਸੀਂ ਆਪਦੇ ਤਰੀਕੇ ਨਾਲ ਜਿਉ ਸਕਦੇ ਹਾਂ। ਹਾਂ, ਪਰ ਜਾਤ ਪਾਤ ਆ ਜਿਹੜੀ ਉਹਦੇ ਖਿਲਾਫ ਲੜਾਈ ਆ ਜਿਹੜੀ ਉਹ ਸਾਡੀ ਜਾਰੀ ਆ।